ਗੁੱਡ ਮਾਰਨਿੰਗ ਫਰੈਂਡਸ। ਆਪਾਂ ਅੱਜ ਐਂਸੀਐਂਟ ਹਿਸਟਰੀ ਦਾ ਜਿਹੜਾ ਨੈਕਸਟ ਟੌਪਿਕ ਆ ਅਰਲੀ ਮੈਨ ਦਾ ਸਟੋਨ ਏਜ, ਆਦਿ ਮਨੁੱਖ ਪੱਥਰ ਯੁੱਗ, ਉਹਨੂੰ ਕੰਟੀਨਿਊ ਕਰਦੇ ਹਾਂ। ਫਸਟ ਹੈ ਓਲਡ ਸਟੋਨ ਏਜ, ਪੁਰਾਤਨ ਪੱਥਰ ਯੁੱਗ। ਦਾ ਫਸਟ ਸਾਈਨਸ ਆਫ ਲਾਈਫ ਔਨ ਦਾ ਅਰਥ ਵਾ ਪ੍ਰੋਬੇਬਲੀ ਮਾਈਕਰੋਐਕੈਟਿਕ ਕ੍ਰੀਚਰਸ ਦੈਟ ਡੈਵਲਪਡ ਟੂ ਦਾ ਐਨੀਮਲ ਲਾਈਫ ਕੰਪੇਰਾਈਜ਼ਿੰਗ ਜਿਗਨੈਟਿਕ ਐਨੀਮਲਸ ਲਾਈਕ ਦਾ ਡਾਇਨਾਸੌਰਸ। ਧਰਤੀ 'ਤੇ ਜੀਵਨ ਦੇ ਪਹਿਲੇ ਲੱਛਣ ਆ ਜਿਹੜੇ ਸ਼ਾਇਦ ਕਹਿੰਦੇ ਸੂਖਮ ਜੀਵ ਦੇ ਰੂਪ ਵਿੱਚ ਸਨ, ਜਿਨ੍ਹਾਂ ਤੋਂ ਹੌਲੀ ਹੌਲੀ ਕੀ ਹੈ ਕਿ ਵਿਕਾਸ ਦੁਆਰਾ ਵੱਡੇ ਸਰੀਰ ਵਾਲੇ ਜਾਨਵਰਾਂ ਦਾ ਰੂਪ ਧਾਰਨ ਕੀਤਾ ਸੀਗਾ, ਜਿਵੇਂ ਕਿ ਡਾਇਨਾਸੌਰ। ਦਾ ਮੈਨ ਕੇਮ ਔਨ ਦਾ ਅਰਥ ਵੈਰੀ ਲੇਟ। ਜਿਹੜਾ ਮਨੁੱਖ ਆ ਉਹ ਧਰਤੀ 'ਤੇ ਬਹੁਤ ਹੀ ਜ਼ਿਆਦਾ ਬਾਅਦ ਵਿੱਚ ਆਇਆ ਵਾ। ਦੇਖੋ ਲਿਖਿਆ ਹੋਇਆ ਨਾ, ਅਰਥ ਵੈਰੀ ਲੇਟ, ਅਬਾਊਟ 4 ਮਿਲੀਅਨ ਈਅਰਸ। ਕਿੰਨੇ ਸਾਲ ਦੇ ਕਰੀਬ ਮੰਨਿਆ ਜਾਂਦਾ? ਲਗਭਗ 40 ਲੱਖ ਸਾਲ ਪਹਿਲਾਂ। ਐਟ ਦੈਟ ਟਾਈਮ ਦਾ ਮੈਨ ਵਾਜ਼ ਨਾਟ ਮਚ ਡਿਫਰੈਂਟ ਫਰੋਮ ਦਾ ਅਦਰ ਐਨੀਮਲਸ ਐਜ਼ ਫਾਰ ਐਜ਼ ਹਿਜ਼ ਲਿਵਿੰਗ ਹੈਬਿਟਸ ਵਾਰ ਕੰਸਰਨਡ। ਕਹਿੰਦੇ ਜੇ ਉਹਦੀਆਂ ਰਹਿਣ ਸਹਿਣ ਦੀਆਂ ਆਦਤਾਂ ਦੇਖੀਆਂ ਜਾਣ ਤਾਂ ਉਸ ਸਮੇਂ ਦਾ ਜਿਹੜਾ ਮਨੁੱਖ ਸੀਗਾ ਉਹ ਵੀ ਕਿਸੇ ਵੀ ਤਰ੍ਹਾਂ ਜਾਨਵਰਾਂ ਤੋਂ ਘੱਟ ਨਹੀਂ ਸੀ, ਬਿਲਕੁਲ ਉਹਨਾਂ ਦੇ ਵਰਗਾ ਹੀ ਸੀ। ਇਟ ਟੁੱਕ ਹਿਮ ਥਾਊਜ਼ੈਂਡ ਆਫ ਈਅਰਸ ਟੂ ਲਰਨ ਅਬਾਊਟ ਦਾ ਬੇਸਿਕ ਰਿਕੁਆਇਰਮੈਂਟ ਆਫ ਲਾਈਫ। ਜਿਹੜਾ ਇਹ ਮਨੁੱਖ ਸੀਗਾ ਉਹਨੂੰ ਜੀਵਨ ਦੀਆਂ ਜਿਹੜੀਆਂ ਜ਼ਰੂਰਤਾਂ ਵਾ ਉਹਨਾਂ ਨੂੰ ਸਮਝਣ ਦੇ ਲਈ 1000 ਸਾਲ ਜਿਹੜੇ ਸੀਗੇ, ਮੰਨ ਕੇ ਚੱਲੀਏ ਕਿ ਹਜ਼ਾਰਾਂ ਸਾਲ ਲੱਗੇ ਸੀਗੇ। ਦਾ ਅਰਲੀ ਮੈਨ ਸਰਵਾਈਵਡ ਔਨ ਬਟ ਐਵਰ ਹੀ ਕੁਡ ਗੈਟ ਥਰੂ ਨੇਚਰ। ਕਹਿੰਦੇ ਆਦਿ ਮਾਨਵ ਦਾ ਜੀਵਨ ਜਿਹੜਾ ਸੀਗਾ ਉਹ ਬਿਲਕੁਲ ਜਾਨਵਰਾਂ ਵਰਗਾ ਸੀਗਾ, ਠੀਕ ਹੈ। ਅਤੇ ਫਿਰ ਉਹ ਉਹਨਾਂ ਚੀਜ਼ਾਂ 'ਤੇ ਡਿਪੈਂਡ ਕਰਦਾ ਸੀਗਾ ਜਿਹੜੀਆਂ ਚੀਜ਼ਾਂ ਉਹਨੂੰ ਕੁਦਰਤੀ ਤੌਰ 'ਤੇ ਮਿਲਦੀਆਂ ਸੀ। ਹੀ ਏਟ ਫਰੂਟਸ ਐਂਡ ਬੇਰੀਜ਼ ਡੈਟ ਗਰੋ ਵਾਈਲਡ, ਕੌਟ ਫਿਸ਼ ਐਂਡ ਹੰਟਡ ਐਨੀਮਲਸ। ਹੁਣ ਉਹ ਕੀ ਖਾਂਦਾ ਪੀਂਦਾ ਸੀਗਾ? ਉਹ ਜੰਗਲੀ ਕੰਦ ਮੂਲ ਹੀ ਖਾਂਦਾ ਸੀਗਾ, ਠੀਕ ਹੈ। ਇਹ ਤੋਂ ਬਿਨਾਂ ਫਰੂਟਸ ਵਗੈਰਾ ਖਾਂਦਾ ਸੀ, ਜਿਹੜਾ ਕੁਛ ਵੀ ਦਰਖਤਾਂ 'ਤੇ ਹੈ ਨਾ ਲੱਗਦਾ ਸੀ। ਫਿਰ ਮੱਛੀਆਂ ਫੜਦਾ ਸੀਗਾ। ਦੈਨ ਕੀ ਆ, ਹੰਟਡ ਐਨੀਮਲ ਐਂਡ ਸ਼ਿਕਾਰ ਕਰਦਾ ਸੀਗਾ। ਸੈਂਸ ਹੀ ਡਿਡ ਨਾਟ ਨੋ ਅਬਾਊਟ ਫਾਇਰ, ਕਿਉਂਕਿ ਉਸਨੂੰ ਉਸ ਸਮੇਂ ਅੱਗ ਦੀ ਜਾਣਕਾਰੀ ਨਹੀਂ ਸੀ। ਹੀ ਏਟ ਰਾ ਮੀਟ, ਉਹ ਸਿਰਫ ਕੱਚਾ ਮਾਸ ਖਾਂਦਾ ਸੀਗਾ। ਇਨ ਆਰਡਰ ਟੂ ਪ੍ਰੋਟੈਕਟ ਹਿਮਸੈਲਫ ਫਰੋਮ ਦਾ ਵਾਈਲਡ ਐਨੀਮਲਸ, ਇੱਥੋਂ ਤੱਕ ਕਿ ਆਪਣੇ ਆਪ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਦੇ ਲਈ ਹੀ ਮੂਵਡ ਇਨ ਗਰੁੱਪਸ, ਉਹ ਹਮੇਸ਼ਾ ਕੀ ਸੀ ਕਿ ਝੁੰਡ ਬਣਾ ਕੇ ਘੁੰਮਦਾ ਸੀ। ਐਂਡ ਐਟ ਨਾਈਟ ਹੀ ਟੁੱਕ ਸ਼ੈਲਟਰ ਔਨ ਟਰੀਜ਼ ਔਰ ਇਨ ਕੇਵਸ ਐਂਡ ਰੌਕ ਸ਼ੈਲਟਰਸ। ਅਤੇ ਰਾਤ ਦੇ ਸਮੇਂ ਉਹ ਕੀ ਸੀਗਾ ਕਿ ਜਾਂ ਤਾਂ ਫਿਰ ਦਰਖਤਾਂ ਦੀਆਂ ਟਾਹਣੀਆਂ ਉੱਪਰ ਸੌਂਦਾ ਸੀ ਜਾਂ ਪੱਥਰਾਂ ਦੀਆਂ ਬਣੀਆਂ ਹੋਈਆਂ ਜਿਹੜੀਆਂ ਗੁਫਾਵਾਂ ਸੀ ਉਹਨਾਂ ਦੇ ਵਿੱਚ ਰਹਿੰਦਾ ਸੀ। ਦਾ ਲਾਈਫ ਆਫ ਅਰਲੀ ਹਿਊਮਨ ਬੀਇੰਗਸ ਵਾਜ਼ ਲਾਈਕ ਦਾ ਲਾਈਫ ਆਫ ਐਨੀਮਲਸ। ਕਿ ਜਿਹੜਾ ਆਪਾਂ ਮੰਨ ਕੇ ਚੱਲੀਏ ਅਰਲੀ ਮੈਨ ਸੀ, ਉਹਦੀ ਲਾਈਫ ਇੱਕ ਤਰ੍ਹਾਂ ਦੀ ਜਾਨਵਰਾਂ ਵਾਂਗ ਸੀ। ਹੀ ਵੰਡਰਡ ਹੇਅਰ ਐਂਡ ਦੇਅਰ ਇਨ ਸਰਚ ਆਫ ਫੂਡ, ਉਹ ਭੋਜਨ ਦੀ ਤਲਾਸ਼ ਵਿੱਚ ਜਿਹੜਾ ਸੀ ਇੱਧਰ ਉੱਧਰ ਘੁੰਮਦਾ ਫਿਰਦਾ ਰਹਿੰਦਾ ਸੀ। ਨੈਕਸਟ ਕੁਐਸਚਨ ਜਿਹੜਾ ਤੁਹਾਡੇ ਮਾਈਂਡ 'ਚ ਆਉਂਦਾ ਉਹ ਇਹ ਹੈ ਕਿ ਵਿਚ ਥਿੰਗਸ ਵਾ ਯੂਜ਼ਡ ਬਾਏ ਦਾ ਅਰਲੀ ਮੈਨ ਫॉर ਕਵਰਿੰਗ ਹਿਜ਼ ਬੋਡੀ, ਕਿ ਆਪਣੇ ਸਰੀਰ ਨੂੰ ਢੱਕਣ ਲਈ ਉਹ ਕਿਸ ਚੀਜ਼ ਦੀ ਵਰਤੋਂ ਕਰਦਾ ਸੀ। ਦਾ ਓਨਲੀ ਕਲੋਥਸ ਹੀ ਵੋ ਵਾਰ ਅਨਸਟਿਚਡ ਪੀਸ ਆਫ ਐਨੀਮਲ ਸਕਿਨ, ਲੀਵਸ ਔਰ ਬਾਰਕ ਆਫ ਟਰੀਜ਼ ਦੈਟ ਸੇਵਡ ਹਿਮ ਫਰੋਮ ਐਕਸਟਰਮੀ ਕੋਲਡ ਐਂਡ ਹੀਟ। ਦੇਖੋ ਆਪਣੇ ਸਰੀਰ ਨੂੰ ਢੱਕਣ ਲਈ ਜਾਨਵਰਾਂ ਦੀਆਂ ਜਿਹੜੀਆਂ ਖੱਲਾਂ ਸੀ, ਦਰਖਤਾਂ ਦੇ ਛਿਲਕੇ ਸੀ, ਪੱਤੇ ਸੀ, ਹੈ ਨਾ, ਇਹਨਾਂ ਚੀਜ਼ਾਂ ਨਾਲ ਉਹ ਆਪਣੇ ਸਰੀਰ ਨੂੰ ਢੱਕਦਾ ਸੀ ਅਤੇ ਜਿਹੜੀਆਂ ਉਹਨੂੰ ਗਰਮੀ ਅਤੇ ਸਰਦੀ ਤੋਂ ਬਚਾਉਂਦੀਆਂ ਸੀ। ਦੇਖੋ ਆਹ ਕੁਐਸਚਨ ਦਾ ਆਨਸਰ ਇਹਦੇ 'ਚ ਰਿਹਾ। He wore were unstitched piece of animal skin, leaves of or bark of trees that saved him from extreme cold and heat. ਕੰਟੀਨਿਊ ਕਰਦੇ ਹਾਂ। ਅਦਰਵਾਈਜ਼ ਹੀ ਵੈਂਟ ਅਬਾਊਟ ਨੇਕਡ, ਅਦਰਵਾਈਜ਼ ਕਹਿੰਦੇ ਜੇ ਦੇਖਿਆ ਜਾਵੇ ਤਾਂ ਉਹ ਕੀ ਸੀ, ਬਿਲਕੁਲ ਨੰਗਾ ਘੁੰਮਦਾ ਸੀ। ਹੀ ਯੂਜ਼ਡ ਸਟੋਨਡ ਐਂਡ ਬ੍ਰਾਂਚਸ ਆਫ ਟਰੀਜ਼ ਟੂ ਕਿਲ ਐਨੀਮਲਸ। ਹੁਣ ਉਹ ਐਨੀਮਲਸ ਨੂੰ ਮਾਰਨ ਦੇ ਲਈ ਕਿਹਦਾ ਯੂਜ਼ ਕਰਦਾ ਸੀ? ਸਟੋਨਸ, ਪੱਥਰਾਂ ਦਾ, ਜਾਂ ਫਿਰ ਦਰਖਤਾਂ ਦੀਆਂ ਟਾਹਣੀਆਂ ਦਾ ਯੂਜ਼ ਕਰਦਾ ਸੀਗਾ। ਵੀ ਕਾਲ ਦਾ ਮੈਨ ਆਫ ਦਿਸ ਏਜ ਐਜ਼ ਹੰਟਰ ਗੈਦਰਰ। ਇਸ ਟਾਈਮ ਦਾ ਪੁਰਾਤਨ ਪੱਥਰ ਯੁੱਗ ਦਾ ਜਿਹੜਾ ਮਨੁੱਖ ਸੀ ਉਹਨੂੰ ਆਪਾਂ ਹੰਟਰ ਗੈਦਰਰ ਜਾਂ ਸ਼ਿਕਾਰੀ ਜਾਂ ਸੰਗ੍ਰਹਿਕ ਦੇ ਰੂਪ ਵਿੱਚ ਵੀ ਜਾਣਦੇ ਹਾਂ। ਹੀ ਮੇਡ ਵੇਪਨਸ ਐਂਡ ਅਦਰ ਇੰਪਲੀਮੈਂਟਸ ਆਫ ਸਟੋਨ ਫॉर ਹਿਜ਼ ਯੂਜ਼। ਇਹ ਤੋਂ ਬਿਨਾਂ ਆਪਣੇ ਜਿਹੜੇ ਹੋਰ ਵੇਪਨਸ, ਜਿਹੜੇ ਹੋਰ ਹਥਿਆਰ ਸੀ, ਇੰਪਲੀਮੈਂਟਸ ਸੀਗੇ, ਉਹ ਕਾਹਦੇ ਬਣਾਉਂਦਾ ਸੀ? ਸਟੋਨਸ ਦੇ ਬਣਾਉਂਦਾ ਸੀ, ਪੱਥਰਾਂ ਦੇ ਬਣਾਉਂਦਾ ਸੀ। ਦੇ ਕੰਸਿਸਟਡ ਆਫ ਕਰੂਡ ਐਕਸਸ, ਕਲੈਵਰਸ, ਸੈਪਰੀਜ਼, ਕਾਪਰਸ,
ਸਕ੍ਰੈਪਰਸ ਐਕਸਟਰਾ, ਇਹ ਸਾਰੇ ਜਿਹੜੇ ਕੀ ਸੀਗੇ, ਆਦਿ ਮਨੁੱਖ ਜਿਹੜਾ ਸੀਗਾ ਉਹਦੇ ਹਥਿਆਰ ਸੀਗੇ। ਐਂਡ ਵਰ ਯੂਜ਼ਡ ਫॉर ਹੰਟਿੰਗ, ਜਿਹੜੇ ਉਹ ਕਿਹਦੇ ਲਈ ਯੂਜ਼ ਕਰਦਾ ਸੀ, ਹੰਟਿੰਗ ਦੇ ਲਈ, ਸ਼ਿਕਾਰ ਕਰਨ ਦੇ ਲਈ। ਸਮਟਾਈਮਸ ਦੀ ਟੂਲਸ ਵਰ ਮੇਡ ਆਫ ਬੋਨ ਔਰ ਵੂਡ ਆਲਸੋ, ਕਈ ਵਾਰ ਕਹਿੰਦੇ ਜਿਹੜੇ ਉਹਦੇ ਹਥਿਆਰ ਸੀ ਪੱਥਰਾਂ ਤੋਂ ਬਿਨਾਂ ਬੋਨਸ, ਹੱਡੀਆਂ ਦੇ ਵੀ ਬਣੇ ਹੁੰਦੇ ਸੀਗੇ ਜਾਂ ਫਿਰ ਲੱਕੜੀ ਦੇ ਵੀ ਬਣੇ ਹੁੰਦੇ ਸੀ। ਦਿਸ ਪੀਰੀਅਡ ਆਫ ਮੈਨਜ਼ ਸਟੋਰੀ ਇਜ਼ ਨੋਨ ਐਜ਼ ਓਲਡ ਸਟੋਨ ਏਜ, ਮਨੁੱਖ ਦੀ ਜਿਹੜਾ ਸਟੋਰੀ ਦਾ ਇਹ ਪੀਰੀਅਡ ਹੈ ਇਹਨੂੰ ਆਪਾਂ ਓਲਡ ਸਟੋਨ ਏਜ ਦੇ ਨਾਮ ਨਾਲ ਜਾਣਦੇ ਹਾਂ। ਦ ਓਲਡ ਸਟੋਨ ਏਜ ਇਜ਼ ਆਲਸੋ ਕਾਲਡ ਪੈਲੀਓਲਿਥਿਕ ਪੀਰੀਅਡ, ਅਤੇ ਇਹਨੂੰ ਆਪਾਂ ਇੰਗਲਿਸ਼ ਵਿੱਚ ਪੈਲੀਓਲਿਥਿਕ ਪੀਰੀਅਡ ਦੇ ਨਾਮ ਨਾਲ ਵੀ ਜਾਣਦੇ ਹਾਂ। ਪੈਲੀਓਲਿਥਿਕ ਇਜ਼ ਮੇਡ ਆਫ 2 ਗ੍ਰੀਕ ਵਰਡਸ, ਪੈਲੀਓਲਿਥਿਕ ਆ ਜਿਹੜਾ 2 ਗ੍ਰੀਕ ਵਰਡਸ ਦਾ ਬਣਿਆ ਵਾ, 2 ਯੂਨਾਨੀ ਸ਼ਬਦਾਂ ਦਾ ਬਣਿਆ ਵਾ, ਠੀਕ ਹੈ। ਪੈਲੀਓ ਮੀਨਸ old and lithic means stone, old stone, that means old stone age, ਠੀਕ ਹੈ। ਤੇ ਇਹ ਤੋਂ ਕੀ ਬਣਿਆ ਵਾ, ਪੁਰਾਤਨ ਪੱਥਰ ਯੁੱਗ ਆ ਜਿਹੜਾ ਉਹਦਾ ਨਾਮ ਪਿਆ ਵਾ। ਹਾਂਜੀ, ਇਸ ਪਿਕਚਰਸ ਦੇ ਵਿੱਚ ਉਹ ਸਾਰੇ ਟੂਲਸ ਦੀਆਂ ਪਿਕਚਰਸ ਦਿੱਤੀਆਂ ਹੋਈਆਂ ਨੇ ਜਿਹੜੇ ਕਿ ਹਥਿਆਰਾਂ ਦੇ ਰੂਪ ਵਿੱਚ ਆਦਿ ਮਨੁੱਖ ਦੁਆਰਾ ਯੂਜ਼ ਕੀਤੇ ਜਾਂਦੇ ਸੀਗੇ। ਅੱਗੇ ਲੈਸਨ ਨੂੰ ਕੰਟੀਨਿਊ ਕਰਦੇ ਹਾਂ। ਦੈਨ ਸੈਕਿੰਡ ਪਾਰਟ is known as Middle Stone Age. The period of Old Stone Age was followed by the Middle Stone Age. ਜਿਹੜਾ ਪੁਰਾਤਨ ਪੱਥਰ ਯੁੱਗ ਆ ਕਹਿੰਦੇ ਉਹਦੇ ਬਾਅਦ ਕਿਹੜਾ ਪੱਥਰ ਯੁੱਗ ਆਉਂਦਾ ਵਾ, ਮੱਧ ਪੱਥਰ ਯੁੱਗ ਆਉਂਦਾ ਵਾ। The period called Mesolithic period. Meso means middle. There was a slight improvement in the lifestyle of man during this period. ਇਸ ਪੀਰੀਅਡ ਵਿੱਚ ਮਨੁੱਖ ਦਾ ਜਿਹੜਾ ਕਹਿੰਦੇ ਲਾਈਫ ਸਟਾਈਲ ਆ ਉਹਦੇ ਵਿੱਚ ਥੋੜ੍ਹਾ ਬਹੁਤਾ ਚੇਂਜ ਆ ਗਿਆ ਸੀਗਾ। Man learnt several new things during this period and improve upon the older ones. ਇਹਦੇ ਵਿੱਚ ਕਹਿੰਦੇ ਕੀ ਸੀ ਕਿ ਮਨੁੱਖ ਨੇ ਆਪਣੇ ਕੁਛ ਜਿਹੜੀਆਂ ਆਦਤਾਂ ਸੀਗੀਆਂ ਨਾ ਉਹਨਾਂ ਨੂੰ ਚੇਂਜ ਕਰ ਲਿਆ ਸੀਗਾ, ਕੁਛ ਨਵੀਆਂ ਚੀਜ਼ਾਂ ਸਿੱਖੀਆਂ ਸੀ ਅਤੇ ਪੁਰਾਣੀਆਂ ਵਿੱਚ ਸੁਧਾਰ ਕੀਤਾ ਸੀਗਾ। ਟੂਲਸ ਆਫ ਦਾ ਮਿਡਲ ਸਟੋਨ ਏਜ, ਦੇਖੋ ਜਿਹੜੇ ਪੁਰਾਤਨ ਸਮੇਂ ਦੇ ਸਟੋਨਸ ਹੈ ਨਾ, ਸਟੋਨ ਏਜ ਦੇ ਜਿਹੜੇ ਸੀਗੇ ਹਥਿਆਰ ਅਤੇ ਮਿਡਲ ਸਟੋਨ ਏਜ ਦੇ ਜਿਹੜੇ ਉਹਦੇ ਟੂਲਸ ਸੀਗੇ ਉਹਨਾਂ ਵਿੱਚ ਕਿੰਨਾ ਫ਼ਰਕ ਆ। ਫੋਰ ਐਗਜ਼ਾਮਪਲ, in place of crude piece of broken stones, he started making stone weapons like axes, sappries, clavers that were pointed and chipped. ਫਿਰ ਉਹਨੇ ਦੇਖੋ ਕਹਿੰਦੇ ਇਸ ਸਮੇਂ ਵਿੱਚ ਕੀ ਕੀਤਾ ਕਿ ਜਿਹੜੇ ਟੁੱਟੇ ਹੋਏ ਪੱਥਰਾਂ ਦੇ ਟੁਕੜਿਆਂ ਦੀ ਥਾਂ 'ਤੇ ਨੁਕੀਲੇ ਅਤੇ ਘੜੇ ਹੋਏ ਪੱਥਰਾਂ ਦੇ ਹਥਿਆਰ, ਕੁਹਾੜੀ, ਭਾਲੇ, ਗੰਡਾਸੇ ਜਿਹੜੇ ਸੀਗੇ ਇਹ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ। He tied them to long sticks of wood to make them more effective. ਅਤੇ ਉਹਨੂੰ ਹੋਰ ਇਫੈਕਟਿਵ ਬਣਾਉਣ ਦੇ ਲਈ ਉਹ ਕੀ ਕਰਦਾ ਸੀ ਕਿ ਉਹਨਾਂ ਨੂੰ ਲੱਕੜੀ ਦੇ ਮੁੱਠਿਆਂ ਦੇ ਉੱਪਰ ਬੰਨ੍ਹ ਲੈਂਦਾ ਸੀ। ਦੇਖੋ ਦਿੱਤਾ ਹੋਇਆ, ਟੂਲਸ ਆਫ ਦਾ ਮਿਡਲ ਸਟੋਨ ਏਜ ਵਾਜ਼ ਯੂਜ਼ਡ ਵਿਦ ਦਾ ਹੈਂਡਲ ਮੇਡ ਆਫ ਵੂਡ ਔਰ ਬੋਨਸ, ਕਿ ਜਿਹੜੇ ਉਹਨਾਂ ਦੇ ਮੁੱਠੇ ਸੀਗੇ ਉਹ ਕਾਹਦੇ ਬਣੇ ਹੁੰਦੇ ਸੀ, ਲੱਕੜੀ ਅਤੇ ਹੱਡੀਆਂ ਦੇ ਬਣੇ ਹੁੰਦੇ ਸੀਗੇ। ਦੈਨ ਹੈ he also learnt that certain type of food grains could be stored for a long time and started gathering them for use at a later time. ਹੁਣ ਕਹਿੰਦੇ ਜਿਹੜਾ ਮਨੁੱਖ ਸੀਗਾ ਉਹਨੂੰ ਇਹ ਵੀ ਪਤਾ ਲੱਗਿਆ ਸੀ ਜਿਹੜਾ ਅਨਾਜ ਆ ਉਹਨੂੰ ਇਕੱਠਾ ਕਰਕੇ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਵਾ, ਠੀਕ ਆ, ਤਾਂ ਕਿ ਕੀ ਆ ਕਿ ਉਹ ਅਨਾਜ ਨੂੰ ਬਾਅਦ ਵਿੱਚ ਵਰਤਣ ਲਈ ਇਕੱਠਾ ਕਰਨਾ ਉਹਨੇ ਸ਼ੁਰੂ ਕਰਤਾ ਸੀਗਾ। Beside the caves and rock shelters, man gradually learnt to make small huts of reed, wood and leaves. ਹੁਣ ਦੇਖੋ ਕਹਿੰਦੇ ਗੁਫਾਵਾਂ ਅਤੇ ਪੱਥਰਾਂ ਦੇ ਵਿਸ਼ਰਾਮ ਘਰਾਂ ਦੇ ਵਿੱਚ ਤੋਂ ਇਲਾਵਾ ਹੈ ਨਾ ਮਨੁੱਖ ਦੀ ਹੌਲੀ ਹੌਲੀ ਆਪਣੇ ਰਹਿਣ ਲਈ ਲੱਕੜੀ ਦੇ, ਬਾਂਸ ਦੇ ਪੱਤਿਆਂ ਦੀਆਂ ਝੌਂਪੜੀਆਂ ਬਣਾਉਣੀਆਂ ਜਿਹੜੀਆਂ ਸੀ ਉਹ ਸਿੱਖ ਲਈਆਂ ਸੀਗੀਆਂ। ਦਿਸ ਵਾਜ ਪਰਹੈਪਸ ਦਾ ਬਿਗਨਿੰਗ ਆਫ ਸੈਟਲਡ ਲਾਈਫ ਐਂਡ ਆਲਸੋ ਆਫ ਵਿਲੇਜ। ਇਹਦੇ ਵਿੱਚ ਹੀ ਕਹਿੰਦੇ ਮੰਨਿਆ ਜਾਂਦਾ ਇਸ ਨਾਲ ਵੀ ਸੰਭਵ ਆ ਕਿ ਮਨੁੱਖ ਨੇ ਜਿਹੜਾ ਹੈਗਾ ਸਥਿਰ ਜੀਵਨ ਦਾ ਆਰੰਭ ਹੋਇਆ ਅਤੇ ਪਿੰਡਾਂ ਦੀ ਸਥਾਪਨਾ ਹੋਈ ਆ। ਵਾਈ ਡਿਡ ਦਾ ਅਰਲੀ ਮੈਨ ਸਟਾਰਟ ਸਟੋਰਿੰਗ ਫੂਡ ਗ੍ਰੇਨਸ, ਦੇਖੋ ਇੱਥੇ ਇਹਨਾਂ ਨੇ ਕੁਐਸਚਨ ਪੁੱਟ ਕੀਤਾ ਕਿ ਅਰਲੀ ਮੈਨ ਜਿਹੜਾ ਸੀਗਾ ਉਹਨੇ ਫੂਡ ਜਿਹੜਾ ਸੀਗਾ ਨਾ ਉਹਨੂੰ ਇਕੱਠਾ ਕਰਨਾ ਕਿਉਂ ਸ਼ੁਰੂ ਕੀਤਾ ਸੀਗਾ। ਬਿਕੋਜ਼ ਕਿਉਂ ਸ਼ੁਰੂ ਕੀਤਾ ਸੀਗਾ ਆਪਾਂ ਪਹਿਲਾਂ ਵੀ ਪੜ੍ਹ ਕੇ ਹਟੇ ਹਾਂ, ਇਸ ਲਈ ਕਿ ਉਸਨੇ ਅਨਾਜ ਨੂੰ ਬਾਅਦ ਵਿੱਚ ਵਰਤਣ ਲਈ ਹੈ ਨਾ ਸਟੋਰਡ, ਦੇਖੋ stored for long time, started gathering them for use at later time, ਕਿ ਬਾਅਦ ਵਿੱਚ ਉਹਦੀ ਵਰਤੋਂ ਕੀਤੀ ਜਾ ਸਕੇ। The discovery of fire, ਅੱਗ ਦੀ ਖੋਜ, one of the great step in the
ਐਡਵਾਂਸਮੈਂਟ ਆਫ ਮੈਨ ਵਾਜ਼ ਦਾ ਡਿਸਕਵਰੀ ਆਫ ਫਾਇਰ। ਮਨੁੱਖੀ ਸੱਭਿਅਤਾ ਦੇ ਵਿਕਾਸ ਵਿੱਚ ਕਹਿੰਦੇ ਅੱਗ ਦੀ ਖੋਜ ਆ ਜਿਹੜੀ ਮਨੁੱਖ ਦੀ ਇੱਕ ਮਹਾਨ ਪ੍ਰਾਪਤੀ ਮੰਨੀ ਜਾਂਦੀ ਆ। ਦਾ ਗ੍ਰਾਈਂਡਿੰਗ ਆਫ ਟੂ ਸਟੋਨਸ ਪਰਹੈਪਸ ਐਕਸੀਡੈਂਟਲੀ ਲਾਈਟਡ ਸਮ ਫਾਇਰ। ਦੋ ਪੱਥਰਾਂ ਨੂੰ ਕਹਿੰਦੇ ਆਪਸ ਵਿੱਚ ਰਗੜਨ ਦੇ ਨਾਲ ਕੀ ਆ ਕਿ ਜਿਹੜੀ ਅੱਗ ਪੈਦਾ ਹੋਈ ਆ। ਦਿਸ taught him how to lit fire and he must have started cooking his food। ਹੁਣ ਇਸ ਤਰ੍ਹਾਂ ਮਨੁੱਖ ਨੂੰ ਜਦੋਂ ਦੋ ਪੱਥਰਾਂ ਦੇ ਰਗੜਨ ਦੇ ਨਾਲ ਅੱਗ ਦਾ ਪਤਾ ਲੱਗਿਆ ਤਾਂ ਉਹਨੂੰ ਅੱਗ ਦੀ ਜਾਣਕਾਰੀ ਮਿਲ ਗਈ ਅਤੇ ਇਹਦੇ ਨਾਲ ਹੀ ਉਹਨੇ ਕੀ ਸੀ ਆਪਣਾ ਭੋਜਨ ਪਕਾ ਕੇ ਖਾਣਾ ਸ਼ੁਰੂ ਕਰਤਾ। ਦਾ ਫਾਇਰ ਆਲਸੋ ਕੈਪਟ ਹਿਮ ਵਾਰਮ ਡਿਊਰਿੰਗ ਦਾ ਕੋਲਡ ਸੀਜ਼ਨ। ਇਹ ਤੋਂ ਬਿਨਾਂ ਜਿਹੜੀ ਅੱਗ ਸੀ ਉਹਨੂੰ ਸਰਦੀਆਂ ਦੇ ਮੌਸਮ ਵਿੱਚ ਗਰਮੀ ਪ੍ਰਦਾਨ ਵਿੱਚ ਕਰਨ ਵਿੱਚ ਵੀ ਹੈਲਪ ਕਰਦੀ ਸੀਗੀ। ਐਂਡ ਪ੍ਰੋਟੈਕਟਡ ਹਿਮ ਫਰੋਮ ਦਾ ਵਾਈਲਡ ਐਨੀਮਲਸ। ਜਿਹੜੇ ਜੰਗਲੀ ਜਾਨਵਰ ਸੀ ਉਹਨਾਂ ਤੋਂ ਵੀ ਜਿਹੜੀ ਸੀਗੀ ਅੱਗ ਉਹਨਾਂ ਨੂੰ ਬਚਾਉਂਦੀ ਸੀ। ਨੈਕਸਟ ਤੁਹਾਨੂੰ ਕੁਐਸਚਨ ਪੁੱਛਿਆ ਗਿਆ ਫॉर ਵਿਚ ਪਰਪਜ਼ ਡੂ ਵੀ ਯੂਜ਼ ਦਾ ਫਾਇਰ ਨਾਓ ਡੇਜ਼। ਅੱਜ ਦੇ ਸਮੇਂ ਵਿੱਚ ਅਸੀਂ ਅੱਗ ਦੀ ਵਰਤੋਂ ਕਾਹਦੇ ਲਈ ਕਰਦੇ ਹਾਂ? ਖਾਣਾ ਪਕਾਉਣ ਲਈ ਕਰਦੇ ਹਾਂ, ਗਰਮੀ ਪੈਦਾ ਕਰਨ ਲਈ ਕਰਦੇ ਹਾਂ, ਹੈ ਨਾ, ਹੋਰ ਵੀ ਬਹੁਤ ਸਾਰੇ ਕੰਮਾਂ ਲਈ ਕਰਦੇ ਹਾਂ, ਧਾਤਾਂ ਨੂੰ ਪਿਘਲਾਉਣ ਲਈ ਕਰਦੇ ਹਾਂ। ਨੈਕਸਟ ਇਜ਼ ਕੈਰਿੰਗ ਅ ਰਾਊਂਡ ਆਬਜੈਕਟ ਫਰੋਮ ਵਨ ਪਲੇਸ ਟੂ ਅਨਦਰ ਬਾਏ ਰੋਲਿੰਗ ਇਟ ਇਜ਼ ਮਚ ਈਜ਼ੀਅਰ ਦੈਨ ਕੈਰਿੰਗ ਅ ਕਿਊਬਿਕਲ ਆਬਜੈਕਟ ਔਰ ਡਰੈਗਿੰਗ ਇਟ। ਕਹਿੰਦੇ ਇੱਕ ਚਪਟੀ ਵਸਤੂ ਨੂੰ ਚੁੱਕ ਕੇ ਲੈ ਕੇ ਜਾਣ ਜਾਂ ਖਿੱਚ ਕੇ ਲੈ ਕੇ ਜਾਣ ਨਾਲੋਂ ਚੰਗਾ ਕਿ ਇੱਕ ਗੋਲ ਵਸਤੂ ਨੂੰ ਰੇੜ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣਾ ਸੌਖਾ ਹੈ। ਮੈਨ ਮਸਟ ਹੈਵ ਲਰਨਟ ਇਟ। ਕਹਿੰਦੇ ਸੰਭਵ ਹੈ ਕਿ ਮਨੁੱਖ ਨੇ ਇਹ ਚੀਜ਼ ਸਿੱਖੀ ਹੋਊਗੀ ਬਾਏ ਰੋਲਿੰਗ ਲੋਗਸ ਆਫ ਵੂਡ ਐਂਡ ਆਲਸੋ ਯੂਜ਼ਡ ਇਟ ਟੂ ਕੈਰੀ ਅਦਰ ਆਬਜੈਕਟ ਵਿਦ ਇਟਸ ਹੈਲਪ। ਕਿ ਜਿਹੜੇ ਲੱਕੜੀ ਦੇ ਗੱਠਿਆਂ ਨੂੰ ਰੇੜ ਕੇ ਗੱਲ ਸਿੱਖੀ ਹੋਏਗੀ ਇਹਦੀ ਸਹਾਇਤਾ ਨਾਲ ਮਨੁੱਖ ਆ ਜਿਹੜਾ ਦੂਸਰੀਆਂ ਵਸਤੂਆਂ ਨੂੰ ਖਿੱਚਣਾ ਜਿਹੜਾ ਉਹਦੇ ਲਈ ਸੌਖਾ ਹੋ ਗਿਆ ਹੋਊਗਾ। Probably the use of solid logs as beams was the first mechanical device invented by man and that made the advancement quicker and easier। ਕਹਿੰਦਾ ਲੱਕੜੀ ਦੇ ਗੋਲ ਗੱਠਿਆਂ ਦੀ ਪਹੀਆਂ ਦੇ ਰੂਪ ਵਿੱਚ ਵਰਤੋਂ ਕਰਨਾ ਸੰਭਵ ਹੈ ਕਿ ਮਨੁੱਖ ਨੇ ਜਿਹੜਾ ਕੀ ਆ ਮਸ਼ੀਨੀ ਯੁੱਗ ਦੇ ਵਿੱਚ ਪਹਿਲਾ ਜਿਹੜਾ ਆਪਣਾ ਕਦਮ ਆ ਪਹਿਲਾ ਪੈਰ ਰੱਖਿਆ ਵਾ। ਇਸ ਨਾਲ ਕੀ ਆ ਕਿ ਵਿਕਾਸ ਦੀ ਗਤੀ ਹੈ ਜਿਹੜੀ ਉਹ ਆਸਾਨ ਹੋ ਗਈ। ਦੇਖੋ ਫਸਟ ਟਾਈਮ ਵਿੱਚ ਜਿਹੜੇ ਸੀਗੇ ਖਿੱਚਣ ਵਾਲੀਆਂ ਜਿਹੜੀਆਂ ਗੱਡੀਆਂ ਸੀਗੀਆਂ ਉਹ ਕਿੱਦਾਂ ਦੀਆਂ ਸੀਗੀਆਂ? ਪਹਾੜ ਢੋਣ ਵਾਲੀਆਂ। The first plants to be grown by man were those that grow naturally in the areas। ਕਿ ਸਭ ਤੋਂ ਪਹਿਲਾਂ ਇੱਕ ਇਲਾਕੇ ਦੇ ਵਿੱਚ ਜੋ ਪੌਦੇ ਆਪਣੇ ਆਪ ਉੱਗੇ ਸਨ, ਠੀਕ ਹੈ, ਉਹਨਾਂ ਨੂੰ ਕੀ ਸੀਗਾ ਉਗਾਇਆ ਜਾਂਦਾ ਸੀ ਜਿਹੜੇ ਕੁਦਰਤੀ ਤੌਰ 'ਤੇ ਉੱਗੇ ਸੀ। ਵੀਟ ਐਂਡ ਅਦਰ ਗ੍ਰੇਨਸ ਗ੍ਰਿਊ ਵਾਈਲਡ ਇਨ ਦਾ ਨੀਅਰ ਈਸਟ। ਅਤੇ ਕਹਿੰਦੇ ਏਸ਼ੀਆ ਦੇ ਨੇੜੇ ਹੀ ਜਿਹੜੇ ਕੀ ਆ ਕਿ ਕਣਕ ਅਤੇ ਹੋਰ ਅਨਾਜ ਆ ਜਿਹੜੇ ਉਹ ਆਪਣੇ ਆਪ ਉੱਗ ਪਏ ਸੀਗੇ। ਇਨ ਇੰਡੀਆ ਸਾਊਥ ਈਸਟ ਏਸ਼ੀਆ ਐਂਡ ਚਾਈਨਾ ਰਾਈਸ ਵਾਜ ਕਲਟੀਵੇਟਡ ਬਾਏ 5000 BC ਐਂਡ ਸੋਨ ਇਟ ਬਿਕੇਮ ਦਾ ਮੇਨ ਕ੍ਰੌਪ। ਕਹਿੰਦੇ ਜਿਹੜਾ ਭਾਰਤ, ਚੀਨ ਅਤੇ ਦੱਖਣੀ ਏਸ਼ੀਆ ਵਿੱਚ ਚਾਵਲ ਦੀ ਪੈਦਾਵਾਰ ਆ ਉਹ 5000 BC ਤੋਂ ਕਹਿੰਦੇ ਸ਼ੁਰੂ ਹੋ ਗਈ ਸੀ ਅਤੇ ਛੇਤੀ ਹੀ ਇਹ ਇੱਕ ਕੀ ਆ ਮੁੱਖ ਫਸਲ ਬਣ ਗਈ ਸੀ। ਅੱਗੇ ਹੈਗਾ ਮੈਨ ਐਜ਼ ਨੈਕਸਟ ਹੈ ਮੈਨ ਐਜ਼ ਪ੍ਰੋਡਿਊਸਰ। ਹੁਣ ਹੌਲੀ ਹੌਲੀ ਮਨੁੱਖ ਕੀ ਆ ਇੱਕ ਉਤਪਾਦਕ ਦੇ ਰੂਪ ਵਿੱਚ ਪੈਦਾ ਹੋ ਗਿਆ ਜਦੋਂ ਉਹਨੂੰ ਫਸਲਾਂ ਦੀ ਜਾਣਕਾਰੀ ਵੀ ਮਿਲਣ ਲੱਗ ਗਈ। ਮੈਨ ਨੋਟਿਸਡ ਦੈਟ ਦਾ ਗ੍ਰੇਨਸ ਦੈਟ ਵਰ ਥਰੋਨ ਔਨ ਦਾ ਗਰਾਊਂਡ ਗ੍ਰਿਓ ਇਨਟੂ ਨਿਊ ਪਲਾਂਟਸ ਐਂਡ ਪ੍ਰੋਡਿਊਸਡ ਮੋਰ ਗ੍ਰੇਨਸ। ਹੁਣ ਮਨੁੱਖ ਨੇ ਦੇਖਿਆ ਕਿ ਜਦੋਂ ਅਨਾਜ ਦੇ ਦਾਣੇ ਜੋ ਭੂਮੀ 'ਤੇ ਸੁੱਟੇ ਜਾਂਦੇ ਆ ਉਹਨਾਂ ਤੋਂ ਨਵੇਂ ਪੌਦੇ ਜਿਹੜੇ ਉਗਾਉਂਦੇ ਆ ਅਤੇ ਬਹੁਤ ਅਨਾਜ ਪ੍ਰਾਪਤ ਹੁੰਦਾ ਹੈ। ਹੀ ਸਲੋਲੀ ਲਰਨਟ ਐਜ਼ ਟੂ ਵੈਨ ਦਾ ਸੀਡਸ ਸ਼ੁੱਡ ਬੀ ਪੁੱਟ ਇਨਟੂ ਦਾ ਸੋਇਲ ਔਰ quick and better growth, how to soften the ground and other such things। ਹੁਣ ਕਹਿੰਦੇ ਮਨੁੱਖ ਨੂੰ ਕੀ ਆ ਹੌਲੀ ਹੌਲੀ ਇਹ ਵੀ ਸਿੱਖਿਆ ਕਿ ਕਦੋਂ ਬੀਜ ਮਿੱਟੀ ਵਿੱਚ ਜਲਦੀ ਅਤੇ ਵਧੀਆ ਪੈਦਾਵਾਰ ਲਈ ਬੀਜਣੇ ਚਾਹੀਦੇ ਆ, ਹੈ ਨਾ, ਅਤੇ ਕਦੋਂ ਜਿਹੜੀ ਭੂਮੀ ਆ ਅਤੇ ਜਿਹੜੀਆਂ ਹੋਰ ਚੀਜ਼ਾਂ ਨੂੰ ਖੇਤੀ ਲਈ ਕਿਵੇਂ ਤਿਆਰ ਕੀਤਾ ਜਾਣਾ ਚਾਹੀਦਾ ਵਾ। ਇਹਦੇ ਨਾਲ ਕੀ ਆ ਕਿ ਮਨੁੱਖ ਨੂੰ ਖੇਤੀਬਾੜੀ ਦੀ ਇੱਕ ਤਰ੍ਹਾਂ ਨਾਲ ਜਾਣਕਾਰੀ ਹੋਣ ਲੱਗ ਗਈ। ਦਿਸ ਵਾਜ ਦਾ ਬਿਗਨਿੰਗ ਆਫ ਐਗਰੀਕਲਚਰ ਐਂਡ ਆਲਸੋ ਦਾ ਸਿਵਲਾਈਜ਼ਡ ਵੇ ਆਫ ਮੈਨਸ ਲਾਈਫ। ਇਹੀ ਕਹਿੰਦੇ ਕੀ ਸੀ ਖੇਤੀਬਾੜੀ ਦੀ ਸ਼ੁਰੂਆਤ ਸੀ ਅਤੇ ਮਨੁੱਖ ਦੇ ਜਿਹੜੇ ਕੀ ਆ ਸੱਭਿਆਚਾਰਕ ਜੀਵਨ ਆ ਜਿਹੜੀ ਸੱਭਿਅਤਾ ਵਾ ਉਹਦਾ ਆਰੰਭ ਹੋ ਗਿਆ ਸੀ। ਬਾਈ ਦਿਸ ਟਾਈਮ ਦਾ ਥਰਡ ਐਂਡ ਦਾ ਲਾਸਟ ਫੇਜ਼ ਆਫ ਸਟੋਨ ਏਜ ਹੈਜ਼ ਸਟਾਰਟਡ। ਇਹਦੇ ਨਾਲ ਜਿਹੜਾ ਸਟੋਨ ਏਜ ਪੱਥਰ ਯੁੱਗ ਆ ਜਿਹੜਾ ਉਹਦਾ ਤੀਜਾ ਅਤੇ ਅੰਤਿਮ ਯੁੱਗ ਆ ਜਿਹੜਾ ਉਹ ਆਰੰਭ ਹੋ ਗਿਆ ਸੀਗਾ, ਜਿਹਨੂੰ ਆਪਾਂ ਕੀ ਕਹਿੰਦੇ ਹਾਂ ਨਿਊ ਸਟੋਨ ਏਜ ਦੇ ਨਾਮ ਨਾਲ ਉਹਨੂੰ ਜਾਣਿਆ ਜਾਂਦਾ। ਔਰ ਨਿਓਲਿਥਿਕ ਪੀਰੀਅਡ, ਨਿਓ ਮੀਨਸ ਨਿਊ, ਠੀਕ ਹੈ, ਲਿਥਿਕ ਮਤਲਬ ਪੱਥਰ,
ਕਿ ਨਵਾਂ ਪੱਥਰ ਯੁੱਗ ਆ ਜਿਹੜਾ ਉਹਦੇ ਨਾਮ ਨਾਲ ਉਹਨੂੰ ਜਾਣਿਆ ਜਾਣ ਲੱਗ ਗਿਆ। ਮੈਨ ਵਾਜ ਨਾਓ ਲਿਵਿੰਗ ਇਨ ਹਟਸ, ਹੁਣ ਕੀ ਸੀ, ਮਨੁੱਖ ਨੇ ਹਟਸ ਝੌਂਪੜੀਆਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਗਰੋਇੰਗ ਐਂਡ ਕੁਕਿੰਗ ਫੂਡ, ਆਪਣਾ ਭੋਜਨ ਉਹਨੇ ਕੀ ਆ ਉਗਾਉਣਾ ਵੀ ਸ਼ੁਰੂ ਕਰ ਦਿੱਤਾ ਅਤੇ ਪਕਾ ਕੇ ਵੀ ਖਾਣਾ ਸ਼ੁਰੂ ਕਰ ਦਿੱਤਾ। ਹਿਜ਼ ਇੰਪਲੀਮੈਂਟਸ ਹੈਡ ਆਲਸੋ ਬਿਕਮ ਮੋਰ ਰਿਫਾਈਨਡ, ਉਹਦੇ ਜਿਹੜੇ ਹਥਿਆਰ ਸੀ ਹੁਣ ਉਹ ਹੋਰ ਵੀ ਜਿਹੜੇ ਕੀ ਆ ਕਿ ਜਿਵੇਂ ਕਹਿ ਦਈਏ ਆਪਾਂ ਇਫੈਕਟਿਵ ਬਣ ਗਏ ਸੀਗੇ, ਹੈ ਨਾ, ਵਧੀਆ ਕਿਸਮ ਦੇ ਬਣ ਗਏ ਸੀਗੇ, ਪਹਿਲਾਂ ਨਾਲੋਂ ਤੇਜ਼ ਬਣ ਗਏ ਸੀਗੇ। ਦੈਨ ਹੈ ਹਿਜ ਟੂਲਸ ਵਰ ਸ਼ਾਰਪ ਐਂਡ ਲਾਈਟਰ ਇਨ ਵੇਟ, ਇਹ ਤੋਂ ਬਿਨਾਂ ਉਹਦੇ ਹਥਿਆਰ ਜਿਹੜੇ ਸੀ ਪਹਿਲਾਂ ਨਾਲੋਂ ਤੇਜ਼ ਵੀ ਬਣ ਗਏ ਸੀ ਐਂਡ ਲਾਈਟਰ ਵੇਟ, ਕੀ ਘੱਟ ਭਾਰ ਵਾਲੇ ਵੀ ਬਣ ਗਏ ਸੀ ਐਂਡ ਮੇਡ ਦੈਮ ਮੋਰ ਇਫੈਕਟਿਵ, ਬਹੁਤ ਪ੍ਰਭਾਵਸ਼ਾਲੀ ਵੀ ਬਣ ਗਏ ਸੀ। ਇਨ ਦਾ ਨਿਊ ਸਟੋਨ ਏਜ ਦਾ ਮੈਨ ਆਲਸੋ ਲਰਨਡ ਟੂ ਮੇਕ ਵੈਸਲਸ, ਹੁਣ ਮਨੁੱਖ ਨੇ ਕੀ ਆ ਕਿ ਨਵੇਂ ਪੱਥਰ ਦੇ ਯੁੱਗ ਦੇ ਵਿੱਚ ਕੀ ਆ ਕਿ ਬਰਤਨ ਬਣਾਉਣੇ ਵੀ ਜਿਹੜੇ ਸੀਗੇ ਸਿੱਖ ਲਏ ਸੀਗੇ। ਵੈਸਲਸ ਆਫ ਕਲੇ ਟੂ ਸਟੋਰ ਹਿਜ਼ ਫੂਡ ਐਂਡ ਆਲਸੋ ਟੂ ਕੁੱਕ, ਪਰ ਜਿਹੜੇ ਵੈਸਲ ਸੀਗੇ ਸਟਾਰਟਿੰਗ ਵਿੱਚ ਉਹ ਬਣਾਉਂਦਾ ਸੀ ਉਹ ਕਲੇ ਦੇ ਮਿੱਟੀ ਦੇ ਬਣੇ ਹੋਏ ਸੀ, ਉਹਨਾਂ ਵਿੱਚੋਂ ਆਪਣਾ ਭੋਜਨ ਜਿਹੜਾ ਸੀ ਸਟੋਰ ਕਰਕੇ ਰੱਖਦਾ ਸੀ। ਇਨ ਦਾ ਬਿਗਨਿੰਗ ਦੀਜ਼ ਵੈਸਲਸ ਵਰ ਹੈਂਡ ਮੇਡ ਐਂਡ ਡਰਾਈਡ ਇਨ ਦਾ ਸਨ, ਬਟ ਲੇਟਰ ਔਨ ਮੈਨ ਆਲਸੋ ਲਰਨਡ ਦਾ ਆਰਟ ਆਫ ਬੀਲ ਟਰਨਡ ਐਂਡ ਬੇਕਡ ਵੈਸਲਸ, ਕਹਿੰਦੇ ਸ਼ੁਰੂ ਵਿੱਚ ਮਨੁੱਖ ਕੀ ਕਰਦਾ ਸੀ ਕਿ ਭਾਂਡੇ ਜਿਹੜੇ ਸੀਗੇ ਮਿੱਟੀ ਦੇ ਹੱਥ ਨਾਲ ਬਣਾਉਂਦਾ ਸੀ ਅਤੇ ਉਹਨਾਂ ਨੂੰ ਧੁੱਪ ਵਿੱਚ ਸੁਕਾ ਲੈਂਦਾ ਸੀ। ਬਾਅਦ ਵਿੱਚ ਉਹਨੂੰ ਕੀ ਆ ਕਿ ਚੱਕ 'ਤੇ ਜਿਹੜੇ ਹੈਗੇ ਭਾਂਡੇ ਬਣਾਉਣ ਦਾ ਗਿਆਨ ਪ੍ਰਾਪਤ ਹੋ ਗਿਆ। ਦੇਖੋ ਫੋਟੋ ਦੇ ਵਿੱਚ ਜਿਹੜਾ ਗੋਲ ਗੋਲ ਚੱਕਰ ਆ ਜਿਹਦੇ ਉੱਪਰ ਘੜਾ ਰੱਖਿਆ ਹੋਇਆ ਉਹਨੂੰ ਚੱਕ ਕਹਿੰਦੇ ਆ, ਉਹਦੇ ਉੱਪਰ ਭਾਂਡੇ ਬਣਾ ਕੇ ਉਹਨੇ ਇਹਨਾਂ ਨੂੰ ਪਕਾਉਣਾ ਜਿਹੜਾ ਸੀਗਾ ਸ਼ੁਰੂ ਕਰਤਾ। ਨੈਕਸਟ ਹੈ ਮੈਨ ਐਜ਼ ਆਰਟਿਸਟ, ਹੁਣ ਮਨੁੱਖ ਆ ਜਿਹੜਾ ਉਹ ਥੋੜ੍ਹਾ ਬਹੁਤਾ ਉਹਨੂੰ ਆਰਟ ਦਾ ਵੀ ਕਲਾ ਦਾ ਵੀ ਗਿਆਨ ਹੋ ਗਿਆ। ਮਨੁੱਖ ਇੱਕ ਕਲਾਕਾਰ ਦੇ ਰੂਪ ਵਿੱਚ ਮਚ ਬਿਫੋਰ ਮੈਨ ਲਰਨਡ ਟੂ ਗਰੋ ਐਂਡ ਕੁੱਕ ਫੂਡ ਔਰ ਟੂ ਮੇਕ ਵੈਸਲਸ, ਹੀ ਲਰਨਡ ਟੂ ਐਕਸਪ੍ਰੈਸ ਹਿਜ਼ ਆਰਟਿਸਟਿਕ ਇੰਸਟੈਂਟੈਕਟਸ ਬਾਏ ਡਰਾਇੰਗ ਫਿਗਰਸ, ਭੋਜਨ ਉਗਾਉਣਾ ਅਤੇ ਪਕਾਉਣਾ ਜਾਂ ਬਰਤਨ ਬਣਾਉਣਾ ਸਿੱਖਣ ਤੋਂ ਬਾਅਦ ਬਹੁਤ ਚਿਰ ਪਹਿਲਾਂ ਕੀ ਆ ਕਿ ਮਨੁੱਖ ਨੇ ਗੁਫਾਵਾਂ ਅਤੇ ਪੱਥਰਾਂ ਦੇ ਵਿਸ਼ਰਾਮ ਘਰਾਂ ਦੀਆਂ ਜਿਹੜੀਆਂ ਸੀਗੀਆਂ ਕੰਧਾਂ ਦੇ ਉੱਪਰ ਇੱਥੇ ਲਿਖਿਆ ਨਾ ਐਕਸਪ੍ਰੈਸ ਦਾ ਆਰਟਿਸਟਿਕ ਇੰਸਟੈਂਕਟਸ ਬਾਏ ਡਰਾਇੰਗ ਫਿਗਰਸ ਔਨ ਦਾ ਬਾਲਸ ਆਫ ਕੇਵਸ ਐਂਡ ਰੌਕ ਸ਼ੈਲਟਰਸ ਵੇਅਰ ਹੀ ਲਿਵਡ, ਜਿੱਥੇ ਜਿੱਥੇ ਉਹ ਰਹਿੰਦਾ ਸੀ ਗੁਫਾਵਾਂ ਦੇ ਵਿੱਚ ਉਹਨੇ ਕੀ ਹੈ ਕਿ ਥੋੜ੍ਹੀ ਬਹੁਤੀ ਪੇਂਟਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਦਿਸ ਵਾਜ ਪਰਹੈਪਸ ਦਾ ਫਸਟ ਇੰਟੀਰੀਅਰ ਡੈਕੋਰੇਸ਼ਨ ਇਨ ਦਾ ਵਰਲਡ, ਇਹਨੂੰ ਸਭ ਤੋਂ ਪਹਿਲਾਂ ਜਿਹੜਾ ਹੈਗਾ ਘਰ ਸਜਾਵਟ ਦੇ ਨਾਮ ਨਾਲ ਜਾਣਿਆ ਜਾਂਦਾ। ਹੀ ਡਰਿਊ ਦਾ ਫਿਗਰਸ ਆਫ ਐਨੀਮਲਸ, ਹਿਊਮਨ ਬੀਂਗਸ ਐਂਡ ਹੰਟਿੰਗ ਸੀਨ ਵਿਦ ਹੈਲਪ ਆਫ ਪਿਗਮੈਂਟਸ ਐਂਡ ਪੁਆਇੰਟਡ ਸਟੋਨਸ, ਇਹ ਕਹਿੰਦੇ ਸ਼ੁਰੂ ਵਿੱਚ ਉਹਨੇ ਜਿਹੜੀਆਂ ਫੋਟੋ ਬਣਾਈਆਂ ਸੀ ਹੈ ਨਾ, ਤਸਵੀਰਾਂ ਬਣਾਈਆਂ ਸੀ ਉਹ ਕਿਹਦੀਆਂ ਬਣਾਈਆਂ ਸੀਗੀਆਂ, ਜਾਨਵਰਾਂ ਦੀਆਂ ਬਣਾਈਆਂ ਸੀਗੀਆਂ, ਮਨੁੱਖ ਦੀਆਂ ਬਣਾਈਆਂ ਸੀਗੀਆਂ, ਜਾਂ ਫਿਰ ਸ਼ਿਕਾਰ ਕਰਦੇ ਮਨੁੱਖਾਂ ਦੇ ਜਿਹੜੇ ਸੀਗੇ ਕੁਝ ਸੀਨ ਬਣਾਏ ਸੀਗੇ। ਅਤੇ ਇਹ ਚਿੱਤਰ ਜਿਹੜੇ ਬਣਾਉਣ ਦੇ ਲਈ ਉਹਨੇ ਸਿਰਫ ਰੇਖਾ ਚਿੱਤਰ ਹੀ ਬਣਾਏ ਸੀ ਅਤੇ ਜਾਂ ਫਿਰ ਉਹਨਾਂ ਵਿੱਚ ਥੋੜ੍ਹੇ ਬਹੁਤੇ ਰੰਗ ਭਰੇ ਹੋਏ ਸੀਗੇ। ਨੈਕਸਟ ਹੈ ਇਹਦੇ ਵਿੱਚ ਉਹ ਸਟੋਨਸ ਵਗੈਰਾ ਦੀ ਵਰਤੋਂ ਕਰਦਾ ਸੀਗਾ ਬਣਾਉਣ ਦੇ ਲਈ। ਮੈਨੀ ਟਾਈਮਸ ਦੇ ਆਰ ਓਨਲੀ ਲਾਈਨ ਡਰਾਇੰਗ ਬਟ ਇਨ ਸਮ ਕੇਸਸ ਸਮ ਕਲਰਡ ਪਿਗਮੈਂਟਸ, ਕਿ ਹਾਂ ਕਿ ਉਹ ਕਦੇ ਕਦੇ ਕੀ ਸੀ ਕਿ ਜਿਹੜੇ ਸੀਗੇ ਲਾਈਨਾਂ ਵਾਲੇ ਚਿੱਤਰ ਬਣਾਉਂਦਾ ਸੀ ਜਾਂ ਫਿਰ ਉਹਨਾਂ ਵਿੱਚ ਰੰਗ ਵੀ ਭਰ ਦਿੰਦਾ ਸੀ ਫਿਗਰਸ ਦੇ ਵਿੱਚ। ਥੀਸ ਰੌਕ ਡਰਾਇੰਗਸ have been discovered at swell place in India and other parts of the world, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੁਫਾਵਾਂ ਨੇ ਜਿਨ੍ਹਾਂ ਵਿੱਚ ਇਹ ਰੌਕ ਡਰਾਇੰਗਸ ਬਣੀਆਂ ਹੋਈਆਂ ਨੇ, ਇੰਡੀਆ ਦੇ ਵਿੱਚ ਵੀ ਮਿਲੀਆਂ ਨੇ ਅਤੇ ਵਰਲਡ ਦੇ ਵੀ ਬਹੁਤ ਸਾਰੇ ਹਿੱਸਿਆਂ ਵਿੱਚ ਮਿਲੀਆਂ ਨੇ। ਵਨ ਸੱਚ ਪਲੇਸ ਇਨ ਇੰਡੀਆ ਇਜ਼ ਭੀਮ ਬੈਟਕਾ ਨੀਅਰ ਭੋਪਾਲ ਇਨ ਮੱਧ ਪ੍ਰਦੇਸ਼, ਇੰਡੀਆ ਦੇ ਵਿੱਚ ਇਹ ਇੱਕ ਨਾ ਭੀਮ ਬੈਟਕਾ ਦੇ ਨਾਮ ਦਾ ਸਥਾਨ ਆ ਭੋਪਾਲ ਦੇ ਨੇੜੇ ਮੱਧ ਪ੍ਰਦੇਸ਼ ਵਿੱਚ, ਉੱਥੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਕੇਵ ਪੈਂਟਿੰਗਸ ਦੀਆਂ ਫੋਟੋਜ਼ ਮਿਲੀਆਂ ਨੇ। ਰੌਕ ਡਰਾਇੰਗ ਐਟ ਭੀਮ ਬੈਟਕਾ ਇਨ ਮੱਧ ਪ੍ਰਦੇਸ਼ ਆਫ ਮਿਡਲ ਸਟੋਨ ਏਜ ਦੀਆਂ ਬਣੀਆਂ ਹੋਈਆਂ ਨੇ। Beside these paintings, the man also learnt to make beads of various semi-precious stones, terracotta, ivory, etc. ਕਹਿੰਦੇ ਇਹਨਾਂ ਚਿੱਤਰਾਂ ਤੋਂ ਇਲਾਵਾ ਜਿਹੜਾ ਮਨੁੱਖ ਸੀ ਉਹਨੇ ਬਹੁਤ ਸਾਰੇ ਕੀਮਤੀ ਪੱਥਰਾਂ, ਪੱਕੀ ਮਿੱਟੀ, ਹਾਥੀ ਦੰਦ ਦੇ ਮਣਕੇ ਵੀ ਜਿਹੜੇ ਸੀਗੇ ਬਣਾਉਣੇ ਸਿੱਖੇ ਸੀਗੇ। ਐਂਡ ਯੂਜ਼ਡ ਦੈਮ ਐਜ਼ ਅ ਜਵੈਲਰੀ, ਅਤੇ ਜਿਨ੍ਹਾਂ ਦੀ ਵਰਤੋਂ ਉਹ ਗਹਿਣਿਆਂ ਦੇ ਰੂਪ ਵਿੱਚ ਕਰਨ ਲੱਗ ਗਿਆ ਸੀਗਾ। ਯੂ ਕੈਨ ਕਾਲ ਇਟ ਦਾ ਬਿਗਨਿੰਗ ਆਫ ਫੈਸ਼ਨ ਦੈਟ ਵਾਜ਼ ਆਲਸੋ ਡਿਊ ਟੂ ਦਾ ਆਰਟਿਸਟਿਕ ਇੰਸਟੀਟੈਕਟਸ ਆਫ ਦਾ ਮੈਨ, ਕਹਿੰਦੇ ਇਹਨੂੰ ਆਪਾਂ ਅਸਲ ਵਿੱਚ ਕੀ ਕਹਿ ਸਕਦੇ ਹਾਂ ਕਿ ਮਨੁੱਖ ਦੁਆਰਾ ਕੀਤਾ ਜਾਣ ਵਾਲਾ ਪਹਿਲਾ ਫੈਸ਼ਨ ਜਾਂ ਸ਼ਿੰਗਾਰ ਦੀ ਸ਼ੁਰੂਆਤ ਵੀ ਕਹਿ ਸਕਦੇ ਹਾਂ, ਜਿਹੜਾ ਮਨੁੱਖ ਦੀ ਕਲਾਤਮਿਕ ਭਾਵਨਾ ਦਾ ਜਿਹੜਾ ਇੱਕ ਤਰ੍ਹਾਂ ਦਾ ਸਬੂਤ ਸੀਗਾ। ਬਾਈ ਦਿਸ ਟਾਈਮ ਦਾ ਸਿਵਲਾਈਜ਼ਡ ਲਾਈਫ ਹੈਡ ਕਮ ਇਨਟੂ ਐਕਸਟੈਂਸ, ਇਹਦੇ ਨਾਲ ਹੀ ਕਹਿੰਦੇ ਕੀ ਹੈ ਕਿ ਜਿਹੜਾ ਸੱਭਿਆ ਜੀਵਨ ਆ ਉਹ ਹੋਂਦ ਵਿੱਚ ਆਇਆ ਸੀ। ਆਈ ਹੋਪ ਕਿ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇਗੀ। ਮੈਂ ਇਸ ਤਰ੍ਹਾਂ ਤੁਹਾਨੂੰ
NCERT ਦੇ all lessons ਕੰਪਲੀਟ ਕਰਵਾਵਾਂਗੀ। ਸਾਡੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਆਵਰ ਚੈਨਲ। ਥੈਂਕ ਯੂ।